Hey there, this is Simran from Maths with Simran. Welcome to my YouTube channel. So ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਇੱਕ 9 ਬੈਂਡ ਸੈਂਪਲ ਆਨਸਰ ਬਾਰਗ੍ਰਾਫ ਦਾ ਕਿਸ ਤਰੀਕੇ ਨਾਲ ਲਿਖੀਦਾ ਹੈ। ਬਾਰਗ੍ਰਾਫ 'ਚ ਓਵਰਆਲ ਨੂੰ ਲਿਖਣ ਦਾ ਬੈਸਟ ਵੇ ਕੀ ਹੈ ਐਂਡ BP1 ਐਂਡ BP2 ਪ੍ਰੈਜੈਂਟੇਸ਼ਨ ਦੇ ਲਈ ਕਿਹੜੇ ਸੈਂਟੈਂਸ ਸਟਰਕਚਰਸ ਨੂੰ ਆਪਾਂ ਯੂਜ਼ ਕਰੀਏ ਤਾਂ ਕਿ ਆਪਾਂ ਇਫੈਕਟਿਵ ਐਂਡ ਦ ਮੋਸਟ ਈਜ਼ੀਐਸਟ ਟਾਸਕ ਨੂੰ ਈਜ਼ੀਲੀ ਲਿਖ ਸਕੀਏ। ਸੋ ਲੈਟਸ ਬਿਗਿਨ। So first thing is that we have to write introduction in bar chart, right? So bar graph the introduction ਨੂੰ ਆਪਾਂ ਹਮੇਸ਼ਾ rephrase ਕਰਕੇ write down ਕਰਦੇ ਹਾਂ। Rephrasing ਦੇ there are two methods only, using synonyms and second is active to passive formation, right? So I have made a video ਕਿ ਆਪਾਂ ਸਾਰੇ ਗ੍ਰਾਫਸ ਦੀ ਇੰਟਰੋਡਕਸ਼ਨ ਨੂੰ ਕਿਸ ਤਰੀਕੇ ਨਾਲ ਰੀਫਰੇਸ ਕਰ ਸਕਦੇ ਹਾਂ। ਸੋ ਤੁਸੀਂ ਸਕਰੀਨ ਤੇ ਦਿਖ ਰਹੀ ਵੀਡੀਓ ਲਿੰਕ ਤੇ ਜਾ ਕੇ ਇੰਟਰੋਡਕਸ਼ਨ ਨੂੰ ਰੀਫਰੇਸ ਕਰਨ ਦੇ ਮੈਥਡ ਨੂੰ ਸਿੱਖ ਸਕਦੇ ਹੋ, ਰਾਈਟ? ਸੋ ਨੈਕਸਟ ਮੂਵ ਔਨ ਟੂ ਓਵਰਆਲ। ਸੋ ਬਾਰ ਗ੍ਰਾਫ ਦਾ ਓਵਰਆਲ ਆਪਾਂ 3 ਮੈਥਡਸ ਨਾਲ ਲਿਖ ਸਕਦੇ ਹਾਂ। ਫਸਟ ਮੈਥਡ ਇਜ਼ ਯੂਜ਼ਿੰਗ ਸੁਪਰਲੇਟਿਵ ਡਿਗਰੀ, second method is using comparative degree, and third method is using trend language, right? So superlative degree, comparative degree and trend language, right? So why I have mentioned कि there are 3 methods क्योंकि हर paragraph ਨੂੰ ਦੇ overall ਨੂੰ ਲਿਖਣ ਦਾ same method same ਨਹੀਂ ਹੁੰਦਾ, right? ਹਰ ਗ੍ਰਾਫ ਦੇ ਵਿੱਚ ਜੋ ਡਾਟਾ ਪ੍ਰੈਜੈਂਟੇਸ਼ਨ ਹੈ ਉਹ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ। ਸੋ ਆਪਾਂ ਸਭ ਤੋਂ ਪਹਿਲੇ ਐਨਾਲਾਈਜ਼ ਕਰਨਾ ਹੈ ਕਿ ਦਿੱਤੇ ਹੋਏ ਬਾਰਗ੍ਰਾਫ 'ਚ ਆਪਾਂ ਸੁਪਰਲੇਟਿਵ ਡਿਗਰੀ ਨਾਲ ਓਵਰਆਲ ਲਿਖ ਸਕਦੇ ਹਾਂ ਜਾਂ ਨਹੀਂ ਲਿਖ ਸਕਦੇ, ਰਾਈਟ? ਸੁਪਰਲੇਟਿਵ ਡਿਗਰੀ ਮੀਨਸ the highest or the lowest, means given data ਦੇ ਵਿੱਚੋਂ ਸਭ ਤੋਂ ਹਾਈਐਸਟ ਯੂਨਿਟ ਕਿਹੜੀ ਹੈ ਐਂਡ ਸਭ ਤੋਂ ਲੋਐਸਟ ਯੂਨਿਟ ਕਿਹੜੀ ਹੈ, ਰਾਈਟ? ਸੋ ਜਿਵੇਂ ਆਪਾਂ ਸਭ ਤੋਂ ਪਹਿਲਾਂ ਅਗਰ ਇਸ ਗ੍ਰਾਫ ਨੂੰ ਐਨਾਲਾਈਜ਼ ਕਰੀਏ, ਪਹਿਲੀ ਚੀਜ਼ ਸੁਪਰਲੇਟਿਵ ਡਿਗਰੀ ਦੇ ਨਾਲ ਓਵਰਆਲ ਨੂੰ ਲਿਖਣ ਦੇ ਲਈ ਆਪਾਂ ਨੂੰ ਇਹ ਨੋਟ ਕਰਨਾ ਜ਼ਰੂਰੀ ਹੈ ਕਿ ਅਗਰ ਆਪਾਂ ਹਾਈਐਸਟ ਕਾਊਂਟ ਕਰ ਰਹੇ ਹਾਂ ਤਾਂ ਉਹ ਕੈਟੇਗਰੀ ਦਾ ਹਾਈਐਸਟ ਸਾਰੀਆਂ ਕੈਟੇਗਰੀਜ਼ ਦੇ ਵਿੱਚ ਹੀ ਹਾਈਐਸਟ ਹੋਣਾ ਚਾਹੀਦਾ। ਹਾਊਐਵਰ ਅਗਰ ਆਪਾਂ ਇਸ ਦੇ ਵਿੱਚ ਗੱਲ ਕਰੀਏ ਤਾਂ ਅੰਡਰ 30 ਵਾਲੀ ਜਿਹੜੀ ਕੈਟੇਗਰੀ ਹੈ ਉਸ ਦੇ ਵਿੱਚ ਹਾਈਐਸਟ ਦਿੱਤਾ ਹੋਇਆ ਰੈਸਟੋਰੈਂਟ ਐਂਡ ਹੋਟਲ ਦਾ, 31 to 45 ਵਾਲੀ ਕੈਟੇਗਰੀ 'ਚ ਹਾਈਐਸਟ ਦਿੱਤਾ ਹੋਇਆ ਫੂਡ ਐਂਡ ਡਰਿੰਕ ਦਾ, ਐਂਡ ਰੈਸਟ ਆਫ ਦ ਕੈਟੇਗਰੀਜ਼ ਦੇ ਵਿੱਚ ਵੀ ਹਾਈਐਸਟ ਦਿੱਤਾ ਹੋਇਆ ਫੂਡ ਐਂਡ ਡਰਿੰਕ ਦਾ, ਬਟ 61 to 75 'ਚ ਹਾਈਐਸਟ ਦਿੱਤਾ ਹੋਇਆ ਐਂਟਰਟੇਨਮੈਂਟ ਦਾ। ਮੀਨਸ ਹਰ ਇੱਕ ਕੈਟੇਗਰੀ ਦੇ ਵਿੱਚ ਜੋ ਹਾਈਐਸਟ ਯੂਨਿਟ ਹੈ ਉਹ ਡਿਫਰੈਂਟ ਹੈ। ਸੋ ਇਸ ਤਰ੍ਹਾਂ ਦੇ ਬਾਰਗ੍ਰਾਫ 'ਚ ਆਪਾਂ ਸੁਪਰਲੇਟਿਵ ਡਿਗਰੀ ਦੇ ਨਾਲ ਓਵਰਆਲ ਨਹੀਂ ਲਿਖ ਸਕਦੇ। ਇਹ ਚੀਜ਼ ਤੁਸੀਂ ਐਨਾਲਾਈਜ਼ ਕਰਨੀ ਹੈ ਕਿਉਂਕਿ ਜ਼ਿਆਦਾਤਰ 'ਚ ਸੁਪਰਲੇਟਿਵ ਨਾਲ ਹੀ ਲਿਖਿਆ ਜਾਂਦਾ ਹੈ, ਪਰ ਕੁਝ ਗ੍ਰਾਫਸ ਹੁੰਦੇ ਨੇ ਜਿਨ੍ਹਾਂ 'ਚ ਸੁਪਰਲੇਟਿਵ ਡਿਗਰੀ ਨਾਲ ਓਵਰਆਲ ਨਹੀਂ ਲਿਖਿਆ ਜਾਂਦਾ, ਰਾਈਟ? ਸੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਸੁਪਰਲੇਟਿਵ ਡਿਗਰੀ ਨਾਲ ਨਹੀਂ ਲਿਖਿਆ ਜਾਏਗਾ, ਫਿਰ ਆਪਾਂ ਟਰਾਈ ਕਰਾਂਗੇ ਬਾਰਗ੍ਰਾਫ ਦੇ ਓਵਰਆਲ ਨੂੰ ਕੰਪੈਰੇਟਿਵ ਡਿਗਰੀ ਦੇ ਨਾਲ ਲਿਖਣ ਦੇ ਲਈ, ਰਾਈਟ? अगर द हाईएस्ट सुपरलेटिव डिग्री है तो हायर देन इज कंपैरेटिव डिग्री, द लोएस्ट सुपरलेटिव डिग्री है तो लोअर देन इज कंपैरेटिव डिग्री, राइट? ਹੁਣ ਜਿਵੇਂ ਆਪਾਂ ਨੂੰ 3 ਕੈਟੇਗਰੀਜ਼ ਦਿੱਤੀਆਂ ਹੋਈਆਂ, ਰਾਈਟ? ਆਪਾਂ ਹਰ ਏਜ ਗਰੁੱਪ ਦੇ ਵਿੱਚ ਦੇਖਾਂਗੇ ਕਿ ਇਹਨਾਂ 3 ਕੈਟੇਗਰੀਜ਼ ਦੇ ਕੰਪੈਰੇਟਿਵਲੀ ਕਿਹੜੀ ਕੈਟੇਗਰੀ ਦੇ ਉੱਤੇ ਜਿਹੜੀ ਸਪੈਂਡਿੰਗ ਹੈ ਉਹ ਹਾਇਰ ਕੀਤੀ ਗਈ ਹੈ ਇਨ ਕੰਪੈਰੀਜ਼ਨ ਟੂ ਅਦਰ ਕੈਟੇਗਰੀਜ਼, ਰਾਈਟ? ਅਗਰ ਆਪਾਂ ਇਸ ਦੇ ਵਿੱਚ ਗੱਲ ਕਰੀਏ ਤਾਂ ਰੈਸਟੋਰੈਂਟ ਹੋਟਲ ਦੇ ਉੱਤੇ ਇਹਨਾਂ ਦੋਨੋਂ ਕੈਟੇਗਰੀਜ਼ ਦੇ ਕੰਪੈਰੇਟਿਵਲੀ ਹਾਇਰ ਸਪੈਂਡਿੰਗ ਹੈ, ਰਾਈਟ? 31 to 45 ਦੇ ਵਿੱਚ ਇਸ ਦੇ ਵਿੱਚ A ਦੀ ਹਾਇਰ ਸਪੈਂਡਿੰਗ ਹੈ, 46 to 60 'ਚ ਫੂਡ ਐਂਡ ਡਰਿੰਕ ਦੀ ਹਾਇਰ ਸਪੈਂਡਿੰਗ ਹੈ, ਸਿਮਿਲਰਲੀ 61 ਐਂਡ 75 ਦੇ ਵਿੱਚ ਐਂਟਰਟੇਨਮੈਂਟ ਦੀ ਹਾਇਰ ਸਪੈਂਡਿੰਗ ਹੈ। ਮੀਨਸ ਇਹ ਵੀ ਸੇਮ ਕੈਟੇਗਰੀਜ਼ ਨਹੀਂ ਹੈਗੀਆਂ, ਰਾਈਟ? ਮਤਲਬ ਹਰ ਏਜ ਗਰੁੱਪ ਦੇ ਵਿੱਚ ਜਿਹੜੀ ਹਾਇਰ ਹੈ ਜਾਂ ਹਾਈਐਸਟ ਹੈ ਉਹ ਡਿਫਰੈਂਟ ਹੈ। ਸੋ ਇਸ ਕੇਸ 'ਚ ਵੀ ਆਪਾਂ ਕੰਪੈਰੇਟਿਵ ਡਿਗਰੀ ਨੂੰ ਯੂਜ਼ ਨਹੀਂ ਕਰ ਸਕਦੇ, ਰਾਈਟ? ਸੋ ਵਨ ਗੋਲਡਨ ਟਿਪ ਇਜ਼ ਜਦੋਂ ਵੀ ਆਪਾਂ ਨੂੰ ਜਿਹੜਾ ਡਾਟਾ ਜਾਂ ਤਾਂ ਈਅਰਸ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਵੇ ਜਾਂ ਏਜ ਗਰੁੱਪ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਵੇ। ਜਿਵੇਂ ਇਸ ਦੇ ਵਿੱਚ ਕੀ ਦਿੱਤਾ ਹੋਇਆ ਹੈ ਦੈਟ ਫਸਟ ਏਜ ਗਰੁੱਪ ਇਜ਼ ਅੰਡਰ 30, 31 to 45, 46 to 60, 61 to 75, 76 ਪਲੱਸ, ਰਾਈਟ? ਮੀਨਸ ਇਹ ਕੀ ਹੈ ਏਜ ਗਰੁੱਪ ਕੈਟੇਗਰੀਜ਼ ਵਾਈਜ਼ ਏਜ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ, ਰਾਈਟ? ਹੁਣ ਟ੍ਰੈਂਡ ਲੈਂਗੁਏਜ ਕੀ ਹੈ, ਆਪਾਂ ਦੇਖਣਾ ਹੈ ਕਿ ਫਸਟ ਈਅਰ ਜਾਂ ਫਸਟ ਏਜ ਗਰੁੱਪ ਤੋਂ ਲੈ ਕੇ ਲਾਸਟ ਏਜ ਗਰੁੱਪ ਦੇ ਵਿੱਚ ਜਿਹੜਾ ਟ੍ਰੈਂਡ ਹੈ ਉਹ ਕਿਵੇਂ ਦਾ ਚੱਲ ਰਿਹਾ। ਮੀਨਸ ਇਨਕਰੀਜ਼ ਕੀਤੀ ਹੈ, ਡਿਕਰੀਜ਼ ਕੀਤੀ ਹੈ, ਰਾਈਟ? ਹੁਣ ਅਗਰ ਆਪਾਂ ਇਸ ਦੇ ਵਿੱਚ ਐਨਾਲਾਈਜ਼ ਕਰੀਏ ਤਾਂ ਫੂਡ ਐਂਡ ਡਰਿੰਕ, ਰਾਈਟ? ਫੂਡ ਐਂਡ ਡਰਿੰਕ ਤੇ ਜਿਹੜੀ ਸਪੈਂਡਿੰਗ ਹੈ ਉਹ ਵਿਦ ਦ ਇਨਕਰੀਜ਼ ਇਨ ਏਜ ਕੀ ਕੀਤੀ ਹੈ, ਇਨਕਰੀਜ਼ ਕੀਤੀ ਹੈ, ਰਾਈਟ? ਸਿਮਿਲਰਲੀ ਰੈਸਟੋਰੈਂਟ ਐਂਡ ਹੋਟਲ ਦੇ ਉੱਤੇ ਜਿਹੜੀ ਸਪੈਂਡਿੰਗ ਹੈ ਉਹ ਵਿਦ ਦ ਇਨਕਰੀਜ਼ ਇਨ ਏਜ ਕੀ ਕੀਤੀ ਹੈ, ਡਿਕਰੀਜ਼ ਕੀਤੀ ਹੈ। ਇਸ ਦੇ ਵਿੱਚ ਇਹ ਹੈ this and this, right? However in the case of entertainment ਇਸ ਕੇਸ ਦੇ ਵਿੱਚ ਜਿਹੜੀ ਸਪੈਂਡਿੰਗ ਹੈ ਉਹ ਕੀ ਕੀਤੀ ਹੈ, ਇਨਕਰੀਜ਼ ਕੀਤੀ ਹੈ ਐਕਸੈਪਟ 76 ਪਲੱਸ ਦੇ ਵਿੱਚ, ਰਾਈਟ? ਮੀਨਸ ਫੂਡ ਐਂਡ ਡਰਿੰਕ ਤੇ ਸਪੈਂਡਿੰਗ ਓਵਰ ਵਿਦ ਦ ਇਨਕਰੀਜ਼ ਇਨ ਏਜ ਕੀ ਕੀਤੀ ਹੈ, ਇਨਕਰੀਜ਼ ਕੀਤੀ ਹੈ। ਐਂਟਰਟੇਨਮੈਂਟ ਦੇ ਵਿੱਚ ਇਨਕਰੀਜ਼ ਕੀਤੀ ਹੈ, ਹਾਊਐਵਰ ਰੈਸਟੋਰੈਂਟ ਐਂਡ ਹੋਟਲ ਦੇ ਵਿੱਚ ਡਿਕਰੀਜ਼ ਕੀਤੀ ਹੈ। ਸੋ ਇਹ ਆਪਾਂ ਐਨਾਲਾਈਜ਼ ਕਰ ਲਿਆ। ਮੀਨਸ ਇਸ ਤਰ੍ਹਾਂ ਦੇ ਗ੍ਰਾਫ ਦੇ ਵਿੱਚ ਆਪਣਾ ਓਵਰਆਲ ਜੋ ਉਹ ਲਿਖਿਆ ਜਾਏਗਾ ਟ੍ਰੈਂਡ ਲੈਂਗੁਏਜ ਦੇ ਨਾਲ, ਰਾਈਟ? ਸੋ ਹਮੇਸ਼ਾ ਜਦੋਂ ਵੀ ਤੁਸੀਂ ਓਵਰਆਲ ਲਿਖਣਾ ਹੈ ਤਾਂ ਇਹ 3
ਮੈਥਡਸ ਨੂੰ ਜ਼ਰੂਰ ਯਾਦ ਰੱਖਣਾ ਹੈ ਕਿ ਮੈਂ ਗ੍ਰਾਫ ਨੂੰ ਪ੍ਰੋਪਰ ਤਰੀਕੇ ਨਾਲ ਐਨਾਲਾਈਜ਼ ਕਰਾਂ, ਉਸ ਤੋਂ ਬਾਅਦ ਹੀ ਓਵਰਆਲ ਲਿਖਾਂ। ਬਿਕਾਜ਼ ਓਵਰਆਲ ਦੇ ਵਿੱਚ ਹਮੇਸ਼ਾ ਆਪਾਂ ਹਾਈਲਾਈਟਡ ਫੀਚਰ ਲਿਖਣੇ ਹੁੰਦੇ ਨੇ, ਤੇ ਅਗਰ ਤੁਸੀਂ ਗ੍ਰਾਫ ਦੇ ਹਾਈਲਾਈਟਡ ਫੀਚਰਸ ਨੂੰ ਸਹੀ ਤਰੀਕੇ ਨਾਲ ਨਹੀਂ ਚੂਜ਼ ਕਰਦੇ ਜਾਂ ਤੁਸੀਂ ਕੋਈ ਮਾਈਨਰ ਡਿਟੇਲਸ ਨੂੰ ਮੈਂਸ਼ਨ ਕਰ ਦਿੰਦੇ ਹੋ ਪਰ ਹਾਈਲਾਈਟਡ ਡਿਟੇਲ ਨੂੰ ਮੈਂਸ਼ਨ ਨਹੀਂ ਕਰਦੇ ਤਾਂ ਕਿਤੇ ਨਾ ਕਿਤੇ ਆਪਣੇ ਬੈਂਡ ਸਕੋਰ ਘੱਟ ਮਿਲਣ ਦੇ ਚਾਂਸਸ ਵੱਧ ਹੁੰਦੇ ਨੇ, ਰਾਈਟ। ਸੋ ਆਪਾਂ ਹਮੇਸ਼ਾ ਇਸੇ ਤਰੀਕੇ ਨਾਲ ਅਟੈਂਪਟ ਕਰਨਾ ਹੈ ਤਾਂ ਕਿ ਆਪਣੇ ਬੈਂਡ ਸਕੋਰ ਮਿਲਣ ਦੇ ਚਾਂਸਸ ਵੱਧ ਜਾਣ, ਰਾਈਟ। ਸੋ ਮੂਵਿੰਗ ਔਨ ਟੂ BP1 ਐਂਡ BP2। Now BP1 and BP2 ਲਿਖਣ ਦੇ ਲਈ ਸਭ ਤੋਂ ਪਹਿਲਾਂ we need to understand certain trends, right? Means trends for data presentation and trends for data comparison. Task 1 ਚ ਹਮੇਸ਼ਾ ਆਪਾਂ ਨੂੰ ਬੈਂਡ ਸਕੋਰ ਵੱਧ ਉਦੋਂ ਮਿਲਦਾ ਜਦੋਂ ਆਪਾਂ ਡਾਟਾ ਪ੍ਰੈਜੈਂਟੇਸ਼ਨ ਦੇ ਨਾਲ ਨਾਲ ਡਾਟਾ ਕੰਪੈਰੀਜ਼ਨ ਵੀ ਕਰਦੇ ਹਾਂ, ਰਾਈਟ। ਸੋ BP1 and BP2 ਨੂੰ ਰਾਈਟ ਡਾਊਨ ਕਰਨ ਦੇ ਲਈ there are certain trends। ਫਸਟ ਟ੍ਰੈਂਡ ਹੁੰਦਾ ਹੈ ਸਿੰਪਲ ਡਾਟਾ ਪ੍ਰੈਜੈਂਟੇਸ਼ਨ ਦਾ। ਸਿੰਪਲ ਡਾਟਾ ਪ੍ਰੈਜੈਂਟੇਸ਼ਨ ਮੀਨਸ ਸਿੰਪਲੀ ਤੁਸੀਂ ਕੋਈ ਵੀ ਪੁਆਇੰਟ ਨੂੰ ਪਿਕ ਕਰਨਾ ਹੈ, ਰਾਈਟ, ਕੋਈ ਵੀ ਯੂਨਿਟ ਨੂੰ ਪਿਕ ਕਰਨਾ ਹੈ, ਆਪਾਂ ਉਹਨੂੰ ਪ੍ਰੈਜ਼ੈਂਟ ਕਰਨਾ ਹੈ, ਉਸ ਤੋਂ ਬਾਅਦ ਉਹਦਾ ਕੰਪੈਰੀਜ਼ਨ ਕਰਨਾ ਸ਼ੁਰੂ ਕਰਨਾ, ਰਾਈਟ। ਸੋ ਸਿੰਪਲ ਡਾਟਾ ਪ੍ਰੈਜੈਂਟੇਸ਼ਨ ਦੇ ਲਈ ਫਸਟ ਟ੍ਰੈਂਡ ਇਜ਼ ਥਿੰਕ ਪਲੱਸ ਅਕਾਊਂਟਡ ਫॉर ਪਲੱਸ ਡਾਟਾ, ਤੇ ਉਸ ਤੋਂ ਬਾਅਦ ਈਅਰ ਐਂਡ ਪਲੇਸ ਯੂ ਕੈਨ ਮੈਂਸ਼ਨ, ਦੈਟ ਇਜ਼ ਆਪਸ਼ਨਲ। ਅਗਰ ਦਿੱਤਾ ਹੋਇਆ ਤਾਂ ਮੈਂਸ਼ਨ ਕਰ ਦਾਂਗੇ, ਨਹੀਂ ਦਿੱਤਾ ਹੋਇਆ ਤਾਂ ਨਹੀਂ ਮੈਂਸ਼ਨ ਕਰਾਂਗੇ, ਰਾਈਟ। ਸੋ ਫਸਟ ਟ੍ਰੈਂਡ ਇਜ਼ ਥਿੰਕ ਪਲੱਸ ਅਕਾਊਂਟਡ ਫॉर ਐਂਡ ਡਾਟਾ, ਰਾਈਟ। ਥਿੰਕ ਦਾ ਮਤਲਬ ਕੀ ਹੈ? ਥਿੰਕ ਹੁੰਦਾ ਹੈ ਜਿਸ ਚੀਜ਼ ਦਾ ਡਾਟਾ ਆਪਾਂ ਨੂੰ ਪ੍ਰੈਜ਼ੈਂਟ ਕੀਤਾ ਗਿਆ, ਰਾਈਟ। ਮੀਨਸ ਜੋ ਆਪਾਂ ਨੂੰ ਡਾਟਾ ਪ੍ਰੈਜ਼ੈਂਟ ਕੀਤਾ ਗਿਆ, ਚਾਹੇ ਉਹ ਪਰਸੈਂਟੇਜ ਆਫ ਪੀਪਲ ਹੋਵੇ, ਚਾਹੇ ਉਹ ਪ੍ਰੋਡਕਸ਼ਨ ਆਫ ਸਟੀਲ ਹੋਵੇ, ਚਾਹੇ ਉਹ ਪਰਸੈਂਟੇਜ ਆਫ ਟੋਟਲ ਸਪੈਂਡਿੰਗਸ ਹੋਵੇ, ਇਹ ਸਭ ਚੀਜ਼ਾਂ ਕੀ ਹੋਣਗੀਆਂ? ਮੀਨਸ ਮੇਨ ਸਬਜੈਕਟ ਜਿਸ ਚੀਜ਼ ਦਾ ਡਾਟਾ ਆਪਾਂ ਨੂੰ ਦਿੱਤਾ ਹੋਇਆ, ਰਾਈਟ। ਸੋ ਦੈਟ ਵੁੱਡ ਬੀ ਥਿੰਕ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਸਟੀਲ ਪ੍ਰੋਡਕਸ਼ਨ ਦੇ ਅਕੋਰਡਿੰਗਲੀ ਮੀਨਸ ਇੱਕ ਈਜ਼ੀ ਮੈਥਡ ਦੇ ਵਿੱਚ ਪ੍ਰੈਜ਼ੈਂਟੇਸ਼ਨ ਦੱਸਦੀ ਹਾਂ। ਸੋ ਇਸ ਦੇ ਵਿੱਚ ਮੈਂ ਪ੍ਰੈਜ਼ੈਂਟੇਸ਼ਨ ਕੀਤੀ ਹੈ ਕਿ ਇੱਕ ਕੰਟਰੀ ਦੇ ਵਿੱਚ ਜਾਂ 2-3 ਕੰਟਰੀਜ਼ ਦੇ ਵਿੱਚ ਕਿੰਨੀ ਸਟੀਲ ਪ੍ਰੋਡਿਊਸ ਹੋਈ ਹੈ। ਡਾਟਾ ਇਜ਼ ਗਿਵਨ ਇਨ ਮਿਲੀਅਨ ਟਨਸ, ਰਾਈਟ। ਸੋ ਜਿਵੇਂ ਆਪਣਾ ਫਸਟ ਡਾਟਾ ਪ੍ਰੈਜ਼ੈਂਟੇਸ਼ਨ ਹੈ ਥਿੰਕ ਪਲੱਸ ਅਕਾਊਂਟਡ ਫॉर ਡਾਟਾ। ਸੋ ਹਾਊ ਵੀ ਵਿਲ ਰਾਈਟ? ਥਿੰਕ ਕੀ ਹੋਗੀ ਆਪਣੇ ਕੋਲ? ਦ ਪ੍ਰੋਡਕਸ਼ਨ ਆਫ ਸਟੀਲ was 60 million tons in 2001 in ਅਮੈਰੀਕਾ, ਰਾਈਟ। ਇੱਥੇ ਆਪਾਂ was ਵੀ ਲਿਖ ਸਕਦੇ ਹਾਂ ਪਲੱਸ ਸੈਕਿੰਡ ਗ੍ਰਾਮੈਟੀਕਲ ਸਟਰਕਚਰ 'ਚ ਤੁਸੀਂ ਸਿੰਪਲੀ ਕੀ ਲਿਖ ਸਕਦੇ ਹੋ? ਅਕਾਊਂਟਡ ਫॉर, right? So you can also write the production of steel accounted for 60 million tons in 2001 in America, right? ਤੁਸੀਂ year ਨੂੰ ਇੱਥੇ ਵੀ present ਕਰ ਸਕਦੇ ਹੋ, at ਤੁਸੀਂ year ਨੂੰ ਫਸਟ ਨੰਬਰ ਤੇ ਵੀ ਪ੍ਰੈਜ਼ੈਂਟ ਕਰ ਸਕਦੇ ਹੋ, ਰਾਈਟ, ਤਾਂ ਕਿ ਆਪਣੀ ਰੈਪੀਟੀਸ਼ਨ ਨਾ ਹੋ, ਠੀਕ ਹੈ। ਸੈਕਿੰਡ ਟ੍ਰੈਂਡ ਇਜ਼ ਕੰਪੈਰੀਜ਼ਨ। ਡਾਟਾ ਪ੍ਰੈਜ਼ੈਂਟੇਸ਼ਨ ਦੇ ਲਈ ਇਹ ਟ੍ਰੈਂਡ ਹੈ, ਕੰਪੈਰੀਜ਼ਨ ਦੇ ਲਈ ਮੀਨਸ ਦੋ ਕੈਟਾਗਰੀਜ਼ ਨੂੰ ਜਦੋਂ ਆਪਾਂ ਕੰਪੇਅਰ ਕਰਨਾ, ਰਾਈਟ। ਸੋ ਟ੍ਰੈਂਡ ਇਜ਼ ਇਨ ਕੰਪੈਰੀਜ਼ਨ ਟੂ ਪਲੇਸ 1 ਔਰ ਕੈਟਾਗਰੀ 1, ਰਾਈਟ। place 2 and category 2 and don't forget to place a comma in between these, right, क्योंकि comma ने इन दो sentences को separate करना है, right. So in comparison to place 1 category 1, place 2 and category 2 has or had according to the tense. If the data is given in present then we will use has, अगर data is given in past then we will use had, right. Less, more, think plus year, right. So in comparison to America, ਹੁਣ अपनी first category की सी और first place की सीगा America. In comparison to America, Australia has less production of steel. Means ਹੁਣ ਇੱਥੇ ਆਪਾਂ ਕੀ ਕੀਤਾ? place 2 ਨੂੰ place 1 ਦੇ ਨਾਲ ਕੰਪੇਅਰ ਕੀਤਾ ਕਿ ਅਮਰੀਕਾ ਦੇ ਕੰਪੈਰੀਟਿਵਲੀ ਆਸਟ੍ਰੇਲੀਆ ਦੇ ਵਿੱਚ ਪ੍ਰੋਡਕਸ਼ਨ ਆਫ ਸਟੀਲ ਕੀ ਹੈ? ਲੈਸ ਰਹੀ ਹੈ, ਰਾਈਟ। ਨੈਕਸਟ ਟ੍ਰੈਂਡ ਇਜ਼ ਡਿਫਰੈਂਸ। ਹੁਣ ਇੱਥੇ ਕੀ ਹੁੰਦਾ? ਆਪਾਂ ਜਦੋਂ ਦੋ ਕੈਟਾਗਰੀਜ਼ ਦਾ ਡਾਟਾ ਪ੍ਰੈਜ਼ੈਂਟ ਕਰਨਾ ਹੈ ਤਾਂ ਉਹਨਾਂ ਦੇ ਵਿੱਚ ਜੋ ਡਾਟਾ ਡਿਫਰੈਂਸ ਹੈ, ਰਾਈਟ। ਮੀਨਸ ਅਗਰ ਇੱਕ ਕੈਟਾਗਰੀ ਦਾ ਡਾਟਾ ਇਜ਼ 10, ਸੈਕਿੰਡ ਕੈਟਾਗਰੀ ਦਾ ਡਾਟਾ ਇਜ਼ 20, ਤਾਂ ਇਹਨਾਂ ਦੋਨਾਂ ਦੇ ਵਿੱਚ ਫਰਕ ਕਿੰਨੇ ਦਾ ਹੋ ਗਿਆ? 10 ਦਾ। ਸੋ ਆਪਣਾ ਡਾਟਾ ਡਿਫਰੈਂਸ ਕੀ ਆ ਗਿਆ? 10, ਰਾਈਟ। ਸੋ ਨੈਕਸਟ ਟ੍ਰੈਂਡ ਇਜ਼ ਡਿਫਰੈਂਸ। ਅ ਮੇਜਰ ਮਾਈਨਰ ਡਿਫਰੈਂਸ ਆਫ, ਇੱਥੇ ਆਪਾਂ ਮੈਂਸ਼ਨ ਕਰਾਂਗੇ ਡਾਟਾ ਡਿਫਰੈਂਸ ਨੂੰ, ਵਾਸ ਵਿਟਨੈਸਡ ਇਨ ਥਿੰਕ। ਥਿੰਕ ਮੀਨਸ ਜਿਸ ਚੀਜ਼ ਦਾ ਡਾਟਾ ਦਿੱਤਾ ਹੋਇਆ ਹੈ ਬਿਟਵੀਨ ਕੈਟਾਗਰੀ 1 ਔਰ ਕੈਟਾਗਰੀ 2। ਇੱਥੇ ਤੁਸੀਂ ਈਅਰ ਐਂਡ ਪਲੇਸ ਵੀ ਕਾਊਂਟ ਕਰ ਸਕਦੇ ਹੋ, ਰਾਈਟ। ਸੋ ਅ ਮਾਈਨਰ ਡਿਫਰੈਂਸ ਆਫ 2 ਮਿਲੀਅਨ ਟਨਸ, ਰਾਈਟ। ਕਿੰਨੇ ਦਾ ਡਿਫਰੈਂਸ? ਡਾਟਾ ਡਿਫਰੈਂਸ ਕੀ ਆ ਗਿਆ ਆਪਣੇ ਕੋਲ? 2 ਮਿਲੀਅਨ tons was witnessed in production of steel, right. was witnessed, think ਕੀ ਹੈ? production of steel between ਕਿਹੜੀਆਂ ਦੋ ਕੈਟਾਗਰੀਜ਼ ਨੇ? place 1 place 2, between Australia and America, right. ਸੋ ਹਰ ਜਗ੍ਹਾ ਦੇ ਉੱਤੇ ਆਪਾਂ ਇਹ ਨਹੀਂ ਕਹਿਣਾ ਕਿ ਅਮਰੀਕਾ 'ਚ ਇੰਨੀ ਸਟੀਲ ਪ੍ਰੋਡਕਸ਼ਨ ਹੋਈ ਹੈ, ਅਮਰੀਕਾ 'ਚ ਇਸ ਈਅਰ 'ਚ ਇੰਨੀ ਹੋਈ ਹੈ। ਆਪਾਂ ਕਈ ਵਾਰ ਫਾਰਮੇਸ਼ਨ ਨੂੰ ਚੇਂਜ ਕਰਕੇ ਮਾਈਨਰ ਔਰ ਮੇਜਰ ਡਿਫਰੈਂਸ ਨਾਲ ਵੀ ਜੋ ਡਾਟਾ ਉਹ ਪ੍ਰੈਜ਼ੈਂਟ ਕਰ ਸਕਦੇ ਹਾਂ, ਰਾਈਟ। ਸੋ ਇਹ ਹੋ ਗਏ 3 ਟ੍ਰੈਂਡ। ਦੈਨ ਨੈਕਸਟ ਫੋਰਥ ਟ੍ਰੈਂਡ ਰਿਸਪੈਕਟਿਵਲੀ ਟ੍ਰੈਂਡ ਆਪਾਂ ਉੱਥੇ ਯੂਜ਼ ਕਰਦੇ ਹਾਂ ਜਦੋਂ ਆਪਾਂ ਇੱਕ ਸਿੰਗਲ ਸੈਂਟੈਂਸ ਦੇ ਵਿੱਚ 2 ਔਰ ਮੋਰ ਡਾਟਾ ਪ੍ਰੈਜ਼ੈਂਟੇਸ਼ਨ ਕਰਨੀ ਹੁੰਦੀ ਆ। ਰਿਸਪੈਕਟਿਵਲੀ ਟ੍ਰੈਂਡ ਦੇ ਵਿੱਚ ਹਮੇਸ਼ਾ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੋ ਫਸਟ ਡਾਟਾ ਦੈਟ ਇਜ਼ ਵਿਦ ਰਿਸਪੈਕਟ ਟੂ ਦ ਕੈਟਾਗਰੀ 1 ਐਂਡ ਜੋ ਸੈਕਿੰਡ ਡਾਟਾ ਦੈਟ ਇਜ਼ ਵਿਦ ਰਿਸਪੈਕਟ ਟੂ ਦ ਕੈਟਾਗਰੀ 2, ਰਾਈਟ। ਸੋ ਥਿੰਕ is was according to the tense,
data 1 and data 2 in year 1 and year 2 correspondingly or respectively ਇਹ ਦੋਨੋਂ words ਤੁਸੀਂ use ਕਰ ਸਕਦੇ ਹੋ right so think ਕਿ ਆਪਣੇ ਕੋਲ the production of steel was 10 million tons means data 1 and 20 million tons means data 2 in Australia and America respectively right means 10 million tons ਦਿੱਤੀ ਹੋਈ ਹੈ ਆਪਾਂ ਨੂੰ ਆਸਟ੍ਰੇਲੀਆ ਦੇ ਵਿੱਚ this data is with respect to the category 1 and this data is with respect to the category 2 so this is trend of respectively right next trend is grammar variation ਦਾ right grammar variation means increased decreased steadily ਥੋੜੇ ਜਿਹੇ ਆਪਾਂ grammatical structures ਨੂੰ ਵੀ use ਕਰਨਾ ਹੁੰਦਾ ਹੈ variation show ਕਰਨੀ ਜ਼ਰੂਰੀ ਹੈ to get more bands for in grammatical range and accuracy right so grammar variation ਦੇ structure ਦੇ ਵਿੱਚ structure is thing plus increased or decreased ਅਗਰ increase ਕੀਤਾ we will use increased ਅਗਰ decrease ਕੀਤਾ we will use decrease steadily from year 1 to year 2 ਇਸ ਦੇ ਵਿੱਚ ਆਪਾਂ ਕੋਈ ਵੀ ਡਾਟਾ ਪ੍ਰੈਜ਼ੈਂਟ ਨਹੀਂ ਕਰ ਰਹੇ ਬਿਕਾਜ਼ ਅਗਰ ਆਪਾਂ 8 ਸੈਂਟੈਂਸਸ ਲਿਖ ਰਹੇ ਹਾਂ ਤਾਂ 8 ਸੈਂਟੈਂਸਸ ਦੇ ਵਿੱਚੋਂ 4 ਸੈਂਟੈਂਸਸ ਡਾਟਾ ਮੈਂਸ਼ਨ ਕਰਕੇ ਆਪਾਂ ਰਾਈਟ ਡਾਊਨ ਕਰਨੇ ਨੇ ਹਾਊਐਵਰ ਜਿਹੜੇ 4 ਸੈਂਟੈਂਸਸ ਨੇ ਉਹਨਾਂ ਨੂੰ ਆਪਾਂ ਵਿਦਆਊਟ ਡਾਟਾ ਪ੍ਰੈਜ਼ੈਂਟ ਕਰਾਂਗੇ ਦੈਨ ਆਪਾਂ ਨੂੰ ਬੈਂਡ ਸਕੋਰ ਵੱਧ ਮਿਲਣਗੇ ਰਾਈਟ ਕਿਉਂਕਿ ਹਰ ਜਗ੍ਹਾ ਦੇ ਉੱਤੇ ਅਗਰ ਆਪਾਂ ਯੂਨਿਟ ਪਾਈ ਜਾਵਾਂਗੇ ਦੈਟ ਇਜ਼ ਡੈਫੀਨਿਟਲੀ ਨਾਟ ਦ ਰਾਈਟ ਆਪਸ਼ਨ ਰਾਈਟ So our structure would be the production of steel increased steadily from 2001 to 2005. ਹੁਣ ਅਗਰ suppose ਕਰੋ first year ਦੇ ਵਿੱਚ data was 10 and next year ਦੇ ਵਿੱਚ data was 50 right ਤਾਂ ਆਪਾਂ ਕੀ ਕਵਾਂਗੇ ਕਿ ਇਹ increase ਹੀ ਕੀਤਾ ਹੈ ਨਾ so from 2001 to 2005 right next trend is trend means ਹੁਣ ਅਗਰ ਇੱਕ ਈਅਰ ਦਿੱਤਾ ਹੋਇਆ ਉਸ ਦੇ ਨਾਲ ਹੀ ਸੈਕੰਡ ਈਅਰ ਦਿੱਤਾ ਹੋਇਆ ਤਾਂ ਫਸਟ ਈਅਰ ਤੋਂ ਸੈਕੰਡ ਈਅਰ 'ਚ ਜੋ ਚੇਂਜਸ ਆਇਆ ਉਸ ਚੇਂਜ ਦਾ ਟ੍ਰੈਂਡ ਕੀ ਹੈ ਰਾਈਟ ਮੀਨਸ ਇਨਕਰੀਜ਼ ਕੀਤਾ ਜਾਂ ਡਿਕਰੀਜ਼ ਕੀਤਾ ਰਾਈਟ ਫੋਰ ਦ ਸੈਂਟੈਂਸ ਸਟਰਕਚਰ ਫॉर दैट इज थिंग प्लस इंक्रीज्ड और डिक्रीज्ड टू न्यू डाटा मीनस प्रीवियस डाटा तो ਜਿਹੜੇ ਨਵਾਂ डाटा इंक्रीज आया फ्रॉम ओल्ड डाटा इन ईयर और टाइम राइट सो द प्रोडक्शन ऑफ स्टील increased to 20 million tons from 10 million tons in 2005 right means next year the which the unit was 20 and first year the which the unit was 10 so basically ਕੀ ਆਇਆ ਇਹਨਾਂ ਦੇ ਵਿੱਚ increase ਆਇਆ right so that's how we write the trend of trend ਨੈਕਸਟ ਇਜ਼ ਫੋਲੋਡ ਬਾਈ ਸੋ ਫੋਲੋਡ ਬਾਈ ਦੇ ਟ੍ਰੈਂਡ ਦੇ ਵਿੱਚ ਕੀ ਹੁੰਦਾ ਜਿਵੇਂ ਅਗਰ ਇੱਕ ਫਸਟ ਕਲਾਸ ਦੇ ਵਿੱਚ ਫਸਟ ਪਰਸਨ ਹੈ ਉਹਦੇ ਹਾਈਐਸਟ ਮਾਰਕਸ ਆਏ ਰਾਈਟ ਤਾਂ ਆਪਾਂ ਕੀ ਕਵਾਂਗੇ ਜਿਹੜੇ ਸਟੂਡੈਂਟ ਦੀ ਨੰਬਰ 1 ਪੋਜੀਸ਼ਨ ਆਈ ਹੈ ਉਹਦੇ ਹਾਈਐਸਟ ਮਾਰਕਸ ਨੇ ਤੇ ਉਹਨੂੰ ਫੋਲੋ ਕਰ ਰਹੇ ਨੇ ਨੰਬਰ 2 ਐਂਡ ਨੰਬਰ 3 ਪੋਜੀਸ਼ਨ ਵਾਲੇ ਸਿਮਿਲਰਲੀ ਕਿਸੇ ਵੀ ਕੈਟਾਗਰੀ ਦੇ ਵਿੱਚ ਜਿਸ ਦੇ ਉੱਤੇ ਹਾਈਐਸਟ ਥਿੰਗ ਦਿੱਤੀ ਹੋਈ ਹੈ ਉਹਨੂੰ ਆਪਾਂ ਦ ਹਾਈਐਸਟ ਕਾਊਂਟ ਕਰਾਂਗੇ ਉਸ ਤੋਂ ਬਾਅਦ ਆਪਾਂ ਸੈਕੰਡ ਹਾਈਐਸਟ ਐਂਡ ਥਰਡ ਹਾਈਐਸਟ ਕੈਟਾਗਰੀ ਨੂੰ ਮੈਂਸ਼ਨ ਕਰਾਂਗੇ ਰਾਈਟ ਸੋ the trend for that is thing was the highest in category 1 followed by category 2 and category 3 right so the production of steel was the highest in America means production of steel the highest ਸੀਗੀ ਕਿਸ ਕੇਸ ਦੇ ਵਿੱਚ ਅਮਰੀਕਾ ਦੇ ਕੇਸ ਦੇ ਵਿੱਚ ਜਿਹਨੂੰ ਫੋਲੋ ਕਰ ਰਿਹਾ ਆਸਟ੍ਰੇਲੀਆ ਐਂਡ ਫਰਾਂਸ ਮੀਨਸ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਸਟੀਲ ਪ੍ਰੋਡਿਊਸ ਹੋਈ ਹੈ ਤੇ ਆਸਟ੍ਰੇਲੀਆ 'ਚ ਅਮਰੀਕਾ ਤੋਂ ਘੱਟ ਸਟੀਲ ਪ੍ਰੋਡਿਊਸ ਹੋਈ ਹੈ ਤੇ ਫਰਾਂਸ ਦੇ ਵਿੱਚ ਆਸਟ੍ਰੇਲੀਆ ਤੋਂ ਘੱਟ ਸਟੀਲ ਪ੍ਰੋਡਿਊਸ ਹੋਈ ਹੈ ਰਾਈਟ so these are the 7 important trends ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਕੇ 9 band structure ਬਾਰ ਗ੍ਰਾਫ ਦਾ ਲਿਖ ਸਕਦੇ ਹੋ ਰਾਈਟ ਸੋ ਇਹਨਾਂ ਨੂੰ ਹੀ ਯੂਜ਼ ਕਰਕੇ ਆਈ ਹੈਵ ਮੇਡ ਅ ਸੈਂਪਲ ਆਨਸਰ ਫॉर योर ਹੈਲਪ ਰਾਈਟ ਤਾਂ ਕਿ ਕਈ ਵਾਰ ਕੀ ਹੁੰਦਾ ਕਿ ਸੈਂਟੈਂਸ ਸਟਰਕਚਰਸ ਕਰਾ ਦਿੱਤੇ ਜਾਂਦੇ ਨੇ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਉਹਨਾਂ ਨੂੰ ਫਾਰਮੇਸ਼ਨ ਦੇ ਨਾਲ ਜਾਂ ਕਨੈਕਟ ਕਰਕੇ ਕਿਵੇਂ ਪ੍ਰੈਜ਼ੈਂਟ ਕਰਨਾ ਰਾਈਟ ਸੋ ਵੀ ਵਿਲ ਐਨਾਲਾਈਜ਼ ਦ ਟਾਸਕ ਐਂਡ ਵੀ ਵਿਲ ਆਲਸੋ ਐਨਾਲਾਈਜ਼ ਦ ਸੈਂਪਲ ਆਨਸਰ ਰਾਈਟ ਸੋ ਟਾਸਕ ਐਂਡ ਅਗਰ ਆਪਾਂ ਟਾਸਕ ਦੇ ਵਿੱਚ ਦੇਖੀਏ ਤਾਂ ਬੇਸਿਕਲੀ ਆਪਾਂ ਨੂੰ ਡਾਟਾ ਦਿੱਤਾ ਹੋਇਆ ਕਿ ਇਹਨਾਂ ਤਿੰਨ ਚੀਜ਼ਾਂ ਦੇ ਉੱਤੇ ਕਿੰਨੀ ਸਪੈਂਡਿੰਗ ਹੋਈ ਹੈ ਰਾਈਟ ਹਾਊ ਮਚ spending has been done on food and drink, restaurant, hotel and entertainment right so I have rephrased the introduction ਜਿਵੇਂ ਕਿ ਆਪਾਂ ਇਸ ਦੇ ਵਿੱਚ ਦੇਖਿਆ ਸੀ ਕਿ ਓਵਰਆਲ ਲਿਖਣ ਲੱਗਿਆ ਆਪਾਂ ਟ੍ਰੈਂਡ ਲੈਂਗੁਏਜ ਯੂਜ਼ ਕਰਾਂਗੇ ਰਾਈਟ ਸੋ ਓਵਰਆਲ ਲਿਖਣ ਲੱਗਿਆ ਟ੍ਰੈਂਡ ਲੈਂਗੁਏਜ ਨੂੰ ਯੂਜ਼ ਕਰਕੇ ਕੁਝ ਇਸ ਤਰੀਕੇ ਨਾਲ ਆਪਾਂ ਓਵਰਆਲ ਪ੍ਰੈਜ਼ੈਂਟ ਕਰਾਂਗੇ ਓਵਰਆਲ ਇਟ ਇਜ਼ ਕ੍ਰਿਸਟਲ ਕਲੀਅਰ that the preference for spending on food and drinks increased with increase in age as compared to other two categories right ਜਿਵੇਂ ਆਪਾਂ ਦੇਖਿਆ ਸੀ ਕਿ ਫੂਡ ਐਂਡ ਡਰਿੰਕ ਦੇ ਉੱਤੇ ਤਾਂ ਪ੍ਰੋਪਰ ਹੀ ਇਨਕਰੀਜ਼ ਕੀਤੀ ਹੈ ਅਦਰ ਟੂ ਕੈਟਾਗਰੀਜ਼ 'ਚ ਕਿਤੇ ਇਨਕਰੀਜ਼ ਕੀਤੀ ਹੈ ਕਿਤੇ ਸਟੇਬਲ ਰਹੀ ਹੈ ਤੇ ਕਿਤੇ ਡਿਕਰੀਜ਼ ਕੀਤੀ ਹੈ ਰਾਈਟ ਬਟ ਇਸ ਦੇ ਵਿੱਚ ਕੰਪਲੀਟਲੀ ਹੀ ਇਨਕਰੀਜ਼ ਕੀਤੀ ਹੈ ਸੋ ਆਪਾਂ ਕੀ ਕਿਹਾ ਕਿ ਫੂਡ ਐਂਡ ਡਰਿੰਕ ਤੇ ਸਪੈਂਡਿੰਗ ਇਨਕਰੀਜ਼ ਕੀਤੀ ਹੈ ਹਾਊਐਵਰ ਅਦਰ ਟੂ ਕੈਟਾਗਰੀਜ਼ ਦੇ ਉੱਤੇ ਜਿਹੜੀ ਸਪੈਂਡਿੰਗ ਹੈ ਉਹਦੇ ਕੰਪੈਰੀਟਿਵਲੀ ਇਹ ਵੱਧ ਇਨਕਰੀਜ਼ ਕੀਤੀ ਹੈ ਉਹਨਾਂ ਦੇ ਵਿੱਚ ਡਿਕਰੀਜ਼ ਆਇਆ ਰਾਈਟ ਸੋ ਦਿਸ ਇਜ਼ ਹਾਊ ਵੀ ਰਾਈਟ ਓਵਰਆਲ ਰਾਈਟ
Having a mypic look, BP1, it is clearly seen that with regards to under 30 age group citizens, right? ਹੁਣ ਆਪਾਂ ਹਰ ਇੱਕ ਕੈਟੇਗਰੀ ਨੂੰ ਪਿਕ ਕਰਾਂਗੇ ਤਾਂ ਉਹਨਾਂ ਦੇ ਡਾਟਾਸ ਨੂੰ ਕੀ ਕਰਾਂਗੇ, ਕੰਪੇਅਰ ਕਰਾਂਗੇ, ਰਾਈਟ? ਯੂ ਕੈਨ ਯੂਜ਼ ਈਦਰ ਆਪਸ਼ਨ, ਜਾਂ ਤਾਂ ਤੁਸੀਂ ਪਹਿਲਾਂ ਫੂਡ ਐਂਡ ਡਰਿੰਕ ਨੂੰ ਪਿਕ ਕਰਕੇ ਫਿਰ ਸਾਰੀਆਂ ਕੈਟੇਗਰੀਜ਼ ਨੂੰ ਰਿਪੀਟ ਕਰੋ, ਪਰ ਇਸ 'ਚ ਰੈਪੀਟੀਸ਼ਨ ਦੇ ਚਾਂਸਸ ਵੱਧ ਹੁੰਦੇ ਨੇ ਕਿਉਂਕਿ ਬਾਰ-ਬਾਰ 31 to 645, 46 to 60, 61 to 75 ਬਾਰ-ਬਾਰ ਰਿਪੀਟ ਹੋਏਗਾ, ਰਾਈਟ? ਸੋ ਆਪਣੀ ਵਾਈਜ਼ਲੀ ਆਪਸ਼ਨ ਕੀ ਹੈ ਕਿ ਆਪਾਂ ਇੱਕ ਕੈਟੇਗਰੀ ਨੂੰ ਪਿਕ ਕਰੀਏ ਤੇ एक 3 गिवन कैटेगरीज ਨੂੰ ਆਪਸ ਦੇ ਵਿੱਚ ਕੰਪੇਅਰ ਕਰੇ, ਰਾਈਟ? ਸੋ ਆਈ ਹੈਵ ਡਨ ਦ ਸੇਮ। ਸੋ ਫਸਟ ਕੈਟੇਗਰੀ ਕਿਹੜੀ ਹੈ ਆਪਣੇ ਕੋਲ, ਅੰਡਰ 30 ਵਿਦ ਰਿਗਾਰਡਸ ਟੂ ਅੰਡਰ 30 ਏਜ ਗਰੁੱਪ ਸਿਟੀਜ਼ਨਸ, the spending of them accounted as 6%, 14% and 7% on food and drink, restaurant and hotels and entertainment respectively। ਸੋ ਪਹਿਲਾ ਟ੍ਰੈਂਡ ਆਪਾਂ ਕਿਹੜਾ ਯੂਜ਼ ਕੀਤਾ ਹੈ, ਰਿਸਪੈਕਟਿਵਲੀ, ਜਿਸ ਦੇ ਵਿੱਚ ਆਪਾਂ ਅੰਡਰ 30 ਦੇ ਤਿੰਨੋਂ ਡਾਟਾਸ ਨੂੰ ਪ੍ਰੈਜ਼ੈਂਟ ਕਰਤਾ, ਰਾਈਟ? ਪਹਿਲਾਂ ਆਪਾਂ ਤਿੰਨੋਂ ਡਾਟਾਸ ਨੂੰ ਪ੍ਰੈਜ਼ੈਂਟ ਕੀਤਾ, ਫਿਰ ਤਿੰਨੋਂ ਕੈਟੇਗਰੀਜ਼ ਨੂੰ ਪ੍ਰੈਜ਼ੈਂਟ ਕੀਤਾ ਐਂਡ ਲਾਸਟ ਤੇ ਆਪਾਂ ਕੀ ਲਿਖਤਾ, ਰਿਸਪੈਕਟਿਵਲੀ। ਤਾਂ ਇਹ ਹੋ ਗਿਆ ਆਪਣੇ ਕੋਲ ਰਿਸਪੈਕਟਿਵਲੀ ਵਾਲਾ ਟ੍ਰੈਂਡ। ਦਿਸ ਇਜ਼ ਹਾਊ ਵੀ ਪ੍ਰੈਜ਼ੈਂਟ ਰਿਸਪੈਕਟਿਵਲੀ ਟ੍ਰੈਂਡ, ਰਾਈਟ? ਹੁਣ ਜਦੋਂ ਫਸਟ ਕੈਟੇਗਰੀ ਡਨ, ਵੀ ਵਿਲ ਮੂਵ ਔਨ ਟੂ ਸੈਕੰਡ ਕੈਟੇਗਰੀ, ਦੈਟ ਇਜ਼ 31 to 45, ਰਾਈਟ? ਸੋ ਇਨ ਕੇਸ ਆਫ ਪੀਪਲ ਹੂ ਵਰ 31 to 45 years old, right? ਹੁਣ ਇਸ 'ਚ ਆਪਾਂ ਟ੍ਰੈਂਡ ਨੈਕਸਟ ਯੂਜ਼ ਕਰ ਰਹੇ ਹਾਂ, difference ਦਾ ਟ੍ਰੈਂਡ, right? A minor difference of 1% was witnessed in the spending on food and drink and restaurants and hotels, right? So ਪਹਿਲਾਂ ਸਿਰਫ food and drink and restaurant and hotel, ਜਿਵੇਂ ਕਿ ਆਪਾਂ ਨੂੰ ਦਿਖ ਰਿਹਾ ਇਹਨਾਂ ਦੇ ਵਿੱਚ ਬਹੁਤ ਹੀ ਮਾਈਨਰ ਡਿਫਰੈਂਸ ਹੈ, ਤਾਂ ਆਪਾਂ ਉੱਥੇ ਕੀ ਟ੍ਰੈਂਡ ਲਗਾਤਾ, ਮਾਈਨਰ ਡਿਫਰੈਂਸ ਦਾ ਟ੍ਰੈਂਡ, ਰਾਈਟ? ਸੋ ਇਹਨਾਂ ਦੋਨਾਂ ਨੂੰ ਆਪਾਂ ਮਾਈਨਰ ਡਿਫਰੈਂਸ ਦੇ ਟ੍ਰੈਂਡ ਨਾਲ ਲਿਖਤਾ, ਰੈਸਟ ਇਜ਼ ਐਂਟਰਟੇਨਮੈਂਟ। ਹੁਣ ਜਦੋਂ ਆਪਾਂ ਮਾਈਨਰ ਡਿਫਰੈਂਸ ਦਾ ਟ੍ਰੈਂਡ ਲਿਖਤਾ, ਉਸ ਤੋਂ ਬਾਅਦ ਅਮੰਗ ਦਿਸ ਏਜ ਗਰੁੱਪ, ਕਿਹੜੇ ਏਜ ਗਰੁੱਪ ਦੀ ਗੱਲ ਹੋ ਰਹੀ ਹੈ, 31 to 45, ਰਾਈਟ? ਦ ਪ੍ਰੈਫਰੈਂਸ ਫॉर ਐਂਟਰਟੇਨਮੈਂਟ ਵਾਜ਼ ਲੈਸ। ਕੀ ਕੀਤਾ ਆਪਾਂ, ਕੰਪੈਰੀਜ਼ਨ ਵਾਲਾ ਟ੍ਰੈਂਡ ਲਗਾਤਾ, ਰਾਈਟ? So the preference for entertainment was less and witnessed as nearly 8%. Simple data presentation, right? When first ਆਪਾਂ respectively ਲਗਾਇਆ, then ਆਪਾਂ difference ਲਗਾਇਆ, then comparison, then simple data presentation, means ਇੱਕ ਪੈਰਾਗ੍ਰਾਫ ਦੇ ਵਿੱਚ ਹੀ ਆਪਾਂ 4 ਸੈਂਟੈਂਸ ਸਟਰਕਚਰਸ ਨੂੰ ਯੂਜ਼ ਕੀਤਾ, ਮੀਨਸ ਆਪਣੇ ਗ੍ਰਾਮੈਟੀਕਲ ਰੇਂਜ, ਗ੍ਰਾਮਰ ਦੇ ਵਿੱਚੋਂ, ਐਕੂਰੇਸੀ ਚੋਂ ਐਂਡ ਲੈਕਸੀਕਲ ਰਿਸੋਰਸਿਸ ਚੋਂ ਬੈਂਸ ਸਕੋਰ ਫੋਰ ਸ਼ੋਰ ਕੀ ਹੈ, ਵੱਧ ਆਉਣਗੇ, ਰਾਈਟ? ਮੂਵਿੰਗ ਔਨ ਟੂ ਪਾਰਟ BP ਪੈਰਾਗ੍ਰਾਫ, body paragraph 2, right? ਹੁਣ ਆਪਣੇ ਕੋਲ 3 categories ਰਹਿ ਗਈਆਂ। So how we will present, glancing further, people who belong to 46 to 60 age group, they spend nearly 16% on food and drinks, whereas the expenditure done by them on restaurant and entertainment was 11 and 14% correspondingly, right? ਪਹਿਲਾ ਸਿੰਪਲੀ ਆਪਾਂ ਫੂਡ ਐਂਡ ਡਰਿੰਕ ਦਾ ਸਿੰਪਲ ਡਾਟਾ ਪ੍ਰੈਜੈਂਟੇਸ਼ਨ ਕਰਤਾ ਐਂਡ ਰੈਸਟ ਆਫ ਦ 2 ਕੈਟੇਗਰੀਜ਼ ਨੂੰ ਆਪਾਂ ਅਗੇਨ ਰਿਸਪੈਕਟਿਵਲੀ ਵਾਲੇ ਟ੍ਰੈਂਡ ਦੇ ਨਾਲ ਥੋੜੀ ਜਿਹੀ ਵੇਰੀਏਸ਼ਨ ਲਿਆ ਕੇ, ਕਿਉਂਕਿ ਉੱਪਰ ਆਪਾਂ ਰਿਸਪੈਕਟਿਵਲੀ ਲਿਖਿਆ ਸੀ, ਇੱਥੇ ਆਪਾਂ ਕੋਰਸਪੋਂਡਿੰਗਲੀ ਲਿਖਤਾ, ਰਾਈਟ? ਮੀਨਸ ਵੇਰੀਏਸ਼ਨ ਆਫ ਸੈਂਟੈਂਸ ਸਟਰਕਚਰ ਆ ਗਈ, ਸਟਰਕਚਰ ਸੇਮ ਹੈ, ਬਸ ਉਹਨੂੰ ਵੇਰੀ ਕਰਕੇ ਪ੍ਰੈਜ਼ੈਂਟ ਕੀਤਾ, ਰਾਈਟ? ਸੋ ਥਰਡ ਜਿਹੜੀ ਕੈਟੇਗਰੀ ਹੈ ਉਹਨੂੰ ਆਪਾਂ ਪ੍ਰੈਜ਼ੈਂਟ ਕਰਤਾ ਯੂਜ਼ਿੰਗ ਰਿਸਪੈਕਟਿਵਲੀ ਵਾਲਾ ਟ੍ਰੈਂਡ। ਨੈਕਸਟ ਇਜ਼ ਇਨ ਕੇਸ ਆਫ 61 to 75 ਏਜ ਗਰੁੱਪ, ਹੁਣ ਆਪਣੇ ਕੋਲ ਕੈਟੇਗਰੀ ਆ ਗਈ 75 ਏਜ ਗਰੁੱਪ ਵਾਲੀ, ਅ ਮੇਜਰ ਡਿਫਰੈਂਸ ਆਫ, ਰਾਈਟ? ਪ੍ਰੀਵੀਅਸ ਦੇ ਵਿੱਚ ਆਪਾਂ ਯੂਜ਼ ਕੀਤਾ ਸੀ ਮਾਈਨਰ ਡਿਫਰੈਂਸ, ਇਸ 'ਚ ਆਪਾਂ ਯੂਜ਼ ਕਰਤਾ ਮੇਜਰ ਡਿਫਰੈਂਸ, ਰਾਈਟ? ਸੋ ਅ ਮੇਜਰ ਡਿਫਰੈਂਸ ਆਫ ਨੀਅਰਲੀ 21% was witnessed in the spending on entertainment and restaurant, and a fifth expenditure was done on them on food, right? ਹੁਣ ਇਹਨਾਂ ਦੋਨਾਂ ਦੇ ਵਿੱਚ approximately 21% ਦਾ ਡਿਫਰੈਂਸ ਹੈ, ਰਾਈਟ? ਐਂਡ ਇਸ ਦੇ ਵਿੱਚ ਕਿਉਂਕਿ approximate 25, ਰਾਈਟ? 25 ਨੂੰ ਆਪਾਂ ਕੀ ਲਿਖ ਸਕਦੇ ਹਾਂ, a fifth ਵਰਡ ਲਿਖ ਸਕਦੇ ਹਾਂ। ਸੋ ਇਸ ਦੇ ਵਿੱਚ ਕੀ ਕੀਤਾ ਕਿ ਨੀਅਰਲੀ 25% ਜੋ ਐਕਸਪੈਂਡੀਚਰ ਸੀਗਾ ਉਹ ਕੀਤਾ ਗਿਆ ਫੂਡ ਦੇ ਉੱਤੇ, ਰਾਈਟ? ਸੋ ਕੈਟੇਗਰੀ 4th is done। Last category is 76 plus. So people who are 76 plus, they spent highly on food and drink, means ਸਭ ਤੋਂ ਵੱਧ ਉਹਨਾਂ ਨੇ ਕਿਹਦੇ ਤੇ ਸਪੈਂਡ ਕੀਤਾ ਹੈ, food and drink. What we wrote, highly on food and drink as nearly as 23%. ਕਿੰਨੀ ਅਮਾਊਂਟ ਦਿੱਤੀ ਹੋਈ ਹੈ ਆਪਾਂ ਨੂੰ, 23%, and approximately 19% spending was done on hotels and entertainment collectively. ਹੁਣ ਇਸ ਦੇ ਉੱਤੇ ਤਾਂ ਇਹਨਾਂ ਨੇ ਕੀਤਾ ਸੀ 23% ਐਂਡ ਇਹਨਾਂ ਦੋਨਾਂ ਨੂੰ ਜੋੜ ਕੇ ਜੋ ਪਰਸੈਂਟੇਜ ਬਣਦੀ ਹੈ ਉਹ ਬਣਦੀ ਹੈ 19%, ਇਸ ਲਈ ਆਪਾਂ ਇੱਥੇ ਕਨੈਕਟਰ ਕੀ ਲਗਾਤਾ, ਕਲੈਕਟਿਵਲੀ, ਰਾਈਟ? ਸੋ ਇਹਦੇ ਨਾਲ ਕੀ ਹੈ, ਇਸ ਪੈਰਾਗ੍ਰਾਫ ਦੇ ਵਿੱਚ ਆਪਣੇ ਕੋਲ ਵੇਰੀਏਸ਼ਨ ਵੀ ਹੈ, ਇਸ ਪੈਰਾਗ੍ਰਾਫ ਦੇ ਵਿੱਚ ਆਪਾਂ ਕੋਈ ਰੈਪੀਟੀਸ਼ਨ ਵੀ ਨਹੀਂ ਕੀਤੀ, ਰੇਂਜ ਆਫ ਸੈਂਟੈਂਸ ਸਟਰਕਚਰਸ ਵੀ ਯੂਜ਼ ਕੀਤੇ ਐਂਡ ਬਹੁਤ ਹੀ ਈਜ਼ੀ ਤਰੀਕੇ ਨਾਲ ਆਪਾਂ ਇਹਨੂੰ ਰਾਈਟ ਡਾਊਨ ਕਰ ਸਕਦੇ ਹਾਂ, ਜਸਟ ਅੰਡਰਸਟੈਂਡਿੰਗ ਦ 7 ਪੈਟਰਨਸ, ਰਾਈਟ? 7 ਟ੍ਰੈਂਡ ਨੂੰ ਤੁਸੀਂ ਪੜ੍ਹ ਕੇ ਬਹੁਤ ਈਜ਼ੀਲੀ ਪ੍ਰੋਪਰ ਲੈਂਥ ਦਾ ਬਾਰਗ੍ਰਾਫ ਵਿਦ 9 ਬੈਂਡ ਅਬਿਲਿਟੀ ਦੇ ਨਾਲ ਲਿਖ ਸਕਦੇ ਹੋ, ਰਾਈਟ? ਆਈ ਹੋਪ ਤੁਹਾਨੂੰ ਇਹ ਬਾਰਗ੍ਰਾਫ ਬਹੁਤ ਈਜ਼ੀ ਤਰੀਕੇ ਨਾਲ ਸਮਝ ਆਇਆ ਹੋਏਗਾ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ। ਥੈਂਕ ਯੂ, ਆਲ ਦ ਬੈਸਟ।